Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ. More than 17 years of legal experience. Jaspreet Singh, attorney at law. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਰਨੀ ਐਟ ਲਾਅ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਫॉर ਯੂਐਸ ਇਮੀਗ੍ਰੇਸ਼ਨ। ਇਹਦੇ ਜਿੱਥੇ ਅਸੀਂ ਇਮੀਗ੍ਰੇਸ਼ਨ ਦੀਆਂ ਇੰਪੋਰਟੈਂਟ ਘਟਨਾਵਾਂ ਬਾਰੇ ਗੱਲ ਕਰਦੇ ਹਾਂ, ਉੱਥੇ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੇ ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਵੀਕ ਦੀਆਂ ਜਿਹੜੀਆਂ ਇੰਪੋਰਟੈਂਟ ਈਵੈਂਟਸ ਨੇ ਉਹਨਾਂ ਬਾਰੇ। ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਨਫਰਾਸਟਰਕਚਰ ਬਿੱਲ ਦੀ, ਜਿਹੜਾ ਕਿ ਪਾਸ ਹੋਇਆ ਤੇ ਬੜੀ ਮੁਸ਼ਕਲ ਨਾਲੇ ਪਾਸ ਹੋਇਆ ਹਾਊਸ ਤੇ ਸੈਨੇਟ ਵਿੱਚੋਂ। 1.2 ਟ੍ਰਿਲੀਅਨ ਡਾਲਰ ਦਾ ਬਾਈਪਾਰਟੀਜ਼ਨ ਇਨਫਰਾਸਟਰਕਚਰ ਬਿੱਲ, ਤੇ ਇਹਨੂੰ ਹਾਊਸ ਨੇ 228 ਵੋਟਾਂ ਇਹਦੇ ਹੱਕ 'ਚ ਪਈਆਂ, 206 ਦੇ ਖਿਲਾਫ, ਤੇ ਉਹ ਪ੍ਰੈਜ਼ੀਡੈਂਟ ਬਾਈਡਨ ਕੋਲ ਭੇਜ ਦਿੱਤਾ, ਜੋ ਕਿ ਹੁਣ ਇਹ ਲਾ ਬਣੇਗਾ। ਤੇ ਇਹ ਜਿਹੜਾ ਬਿੱਲ ਹੈਗਾ ਇਹਦੇ ਵਿੱਚ ਮੈਸਿਵ ਇਨਵੈਸਟਮੈਂਟਸ ਕੀਤੀਆਂ ਜਾਣਗੀਆਂ ਰੋਡਸ, ਬ੍ਰਿਜਸ, ਵਾਟਰਵੇਜ਼ ਤੇ ਹਾਰਡ ਇਨਫਰਾਸਟਰਕਚਰ ਪ੍ਰੋਵੀਜ਼ਨਸ। ਤੇ ਇਹਦੇ ਵਿੱਚ ਬੇਸਿਕਲੀ ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਲੀਡਰਸ ਨੇ ਉਹਨਾਂ ਨੇ ਤਾਂ ਵੋਟ ਪਾਈ ਆ, 13 ਰਿਪਬਲਿਕਨ ਪਾਰਟੀ ਦੇ ਲੀਡਰਾਂ ਨੇ ਇਹਦੇ ਵਿੱਚ ਵੋਟ ਪਾਈ ਆ ਇਹਦੀ ਫੇਵਰ ਦੇ ਵਿੱਚ, ਤੇ 6 ਡੈਮੋਕ੍ਰੇਟਾਂ ਨੇ ਇਹਦੇ ਉਲਟ ਵੀ ਵੋਟ ਪਾਈ ਆ। ਤੇ ਉਹਨਾਂ ਨੇ ਇਸ ਕਰਕੇ ਪਾਈ ਆ ਕਿ ਉਹ ਜ਼ਿਆਦਾ ਲਿਬਰਲ ਹੈਗੇ ਆ, ਤਾਂ ਉਹ ਚਾਹੁੰਦੇ ਸੀ ਵੀ ਜਿਹੜਾ ਦੂਜਾ ਸਪੈਂਡਿੰਗ ਬਿੱਲ ਆ ਤੇ ਜਿਹੜਾ ਪਾਸ ਹੋਣਾ ਰੀਕਨਸੀਲੇਸ਼ਨ ਨਾਲ, ਉਹ ਨਾਲ ਕਰੋ ਜਾਂ ਉਹ ਪਹਿਲਾਂ ਕਰੋ। ਤੇ ਇਹਦੇ ਵਿੱਚ ਜਿਹੜਾ ਮੇਨ ਇਹਦੇ ਜਿਹੜੇ ਪੁਆਇੰਟਸ ਨੇ ਉਹ ਇਹ ਹੈਗੇ ਆ ਕਿ ਦ ਇਨਫਰਾਸਟਰਕਚਰ ਬਿੱਲ ਵਿਲ ਕਾਸਟ 1.2 ਟ੍ਰਿਲੀਅਨ ਓਵਰ 8 years and offers more than 550 billion in new spending, including 110 billion towards roads, bridges and other much needed infrastructure. ਇਹਦੇ ਵਿੱਚ ਜਿਹੜੇ ਪੈਸੇ ਰੱਖੇ ਗਏ ਆ 550 ਬਿਲੀਅਨ ਨਿਊ ਸਪੈਂਡਿੰਗ ਹੋਏਗੀ, ਤੇ ਟੋਟਲ 8 ਸਾਲਾਂ ਵਿੱਚ ਜਿਹੜਾ ਪੈਸਾ ਸਰਕਾਰ ਇਨਵੈਸਟ ਕਰੇਗੀ ਉਹ ਹੋਏਗਾ 1.2 ਟ੍ਰਿਲੀਅਨ। ਤੇ ਜਿਹੜੀਆਂ ਚੀਜ਼ਾਂ ਵਾਸਤੇ ਪੈਸੇ ਰੱਖੇ ਗਏ ਉਹ 'ਚ 66 ਬਿਲੀਅਨ ਰੇਲ ਸਰਵਿਸਿਜ਼ ਲਈ, 65 ਬਿਲੀਅਨ ਬਰੋਡਬੈਂਡ ਲਈ, 55 ਬਿਲੀਅਨ ਵਾਟਰ ਇਨਫਰਾਸਟਰਕਚਰ ਲਈ, 21 ਬਿਲੀਅਨ ਇਨਵਾਇਰਨਮੈਂਟਲ ਰੈਮੀਡੀਏਸ਼ਨ ਲਈ, ਉਦੋਂ ਬਾਅਦ 47 ਬਿਲੀਅਨ ਫॉर ਫਲੱਡਿੰਗ ਐਂਡ ਕੋਸਟਲ ਰੈਜ਼ੀਲੀਐਂਸੀ ਐਜ਼ ਵੈਲ ਐਜ਼ ਕਲਾਈਮੇਟ ਰੈਜ਼ੀਲੀਐਂਸੀ ਇਨਕਲੂਡਿੰਗ ਪ੍ਰੋਟੈਕਸ਼ਨ ਅਗੇਂਸਟ ਫਾਇਰਸ। ਜਿਹੜੀਆਂ ਅੱਗਾਂ ਲੱਗਦੀਆਂ ਨੇ ਜਾਂ ਫਲੱਡ ਆਉਂਦੇ ਨੇ ਉਹਨਾਂ ਵਾਸਤੇ 47 ਬਿਲੀਅਨ, 39 ਬਿਲੀਅਨ ਟੂ ਮਾਡਰਨਾਈਜ਼ ਟਰਾਂਜ਼ਿਟ। ਉਦੋਂ ਬਾਅਦ 25 ਬਿਲੀਅਨ ਫॉर ਏਅਰਪੋਰਟਸ, ਏਅਰਪੋਰਟਾਂ 'ਤੇ 25 ਬਿਲੀਅਨ ਡਾਲਰ ਖਰਚਿਆ ਜਾਏਗਾ। ਉਹਦੇ ਨਾਲ ਏਅਰਪੋਰਟ ਜਿਹੜੇ ਇੰਪੋਰਟੈਂਟ ਹੈਗੇ ਅਮਰੀਕਾ ਦੇ ਵਿੱਚ ਉਹਨਾਂ ਜਿਹੜੀ ਦਿੱਖ ਹੈਗੀ ਆ ਉਹਨੂੰ ਕਾਫੀ ਅਪਲਿਫਟ ਕੀਤਾ ਜਾਏਗਾ। 17 ਬਿਲੀਅਨ ਇਨ ਪੋਰਟ ਇਨਫਰਾਸਟਰਕਚਰ, 11 ਬਿਲੀਅਨ ਇਨ ਟਰਾਂਸਪੋਰਟੇਸ਼ਨ ਸੇਫਟੀ ਪ੍ਰੋਗਰਾਮ, 7.5 ਬਿਲੀਅਨ ਫॉर ਇਲੈਕਟ੍ਰਿਕ ਵਹੀਕਲਸ ਐਂਡ EV ਚਾਰਜਿੰਗ। ਜਿਹੜੇ ਇਲੈਕਟ੍ਰਿਕ ਵਹੀਕਲ ਬਣ ਰਹੇ ਨੇ ਖਾਸ ਕਰਕੇ ਟੈਸਲਾ ਜਾਂ ਹੋਰਾਂ ਕੰਪਨੀਆਂ ਦੇ, ਹੁਣ ਤਾਂ ਕਾਫੀ ਆਹ ਸਾਲ ਜਾਂ ਅਗਲੇ ਸਾਲ ਦੇ ਵਿੱਚ ਤੁਸੀਂ ਦੇਖੋਗੇ ਕਿ 22-23 ਚਲਾ ਕੇ ਕਿੰਨੀਆਂ ਕੰਪਨੀਆਂ ਜਿਹੜੀਆਂ ਨੇ ਜਿਹੜੀਆਂ ਕਾਰਾਂ ਬਣਾਉਂਦੀਆਂ ਉਹ ਇਲੈਕਟ੍ਰਿਕ ਵਹੀਕਲ ਲੈ ਕੇ ਆਉਣਗੀਆਂ। ਉਹਦੇ ਵਾਸਤੇ ਉਹਦੇ ਜਿਹੜੀ ਚਾਰਜਿੰਗ ਹੈ ਉਹਦੀ ਬੜੀ ਪ੍ਰੋਬਲਮ ਹੈ, ਕਿਉਂਕਿ ਹਰੇਕ ਥਾਂ 'ਤੇ ਜਿਹੜੀ ਟੈਸਲਾ ਦੀ ਚਾਰਜਿੰਗ ਤਾਂ ਮਿਲ ਜਾਂਦੀ ਆ ਪਰ ਦੂਜਿਆਂ ਦੀ ਚਾਰਜਿੰਗ ਨਹੀਂ ਮਿਲਦੀ। ਤੇ ਉਹਦੇ ਵਾਸਤੇ 7.5 ਬਿਲੀਅਨ ਡਾਲਰ ਸਰਕਾਰ ਨੇ ਰੱਖਣੇ ਨੇ ਕਿ ਇਹਨਾਂ ਦੇ ਥਾਂ 'ਤੇ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ। ਉਦੋਂ ਬਾਅਦ 2.5 ਬਿਲੀਅਨ ਇਨ ਜ਼ੀਰੋ ਐਮਿਸ਼ਨ ਬੱਸਿਸ, ਬੱਸਾਂ ਜਿਨ੍ਹਾਂ ਦੇ ਵਿੱਚ ਇਲੈਕਟ੍ਰਿਕ ਹੋਣਗੀਆਂ ਜਾਂ ਜ਼ੀਰੋ ਐਮਿਸ਼ਨ ਹੋਣਗੀਆਂ ਉਹਨਾਂ 'ਤੇ ਇੰਨੀ ਇਨਵੈਸਟਮੈਂਟ। 2.5 ਬਿਲੀਅਨ ਇਨ ਲੋ ਐਮਿਸ਼ਨ ਬੱਸਿਸ ਐਂਡ 2.5 ਮਿਲੀਅਨ ਫॉर ਫੈਰੀਜ਼। The bill includes language regarding enforcement of unemployment insurance fraud, and it will add 256 billion in projected deficit over 10 years. ਤੇ ਇਹ ਜਿਹੜਾ ਬਿੱਲ ਹੈਗਾ ਇਹਦੇ ਨਾਲ ਅਮਰੀਕਾ ਦੀ ਜਿਹੜੀ ਦਿੱਖ ਹੈ, ਜਿਹੜਾ ਇਨਫਰਾਸਟਰਕਚਰ ਹੈ, ਸੜਕਾਂ ਨੇ, ਪੁਲ ਨੇ, ਏਅਰਪੋਰਟ ਨੇ, ਜਿਹੜੇ ਇਲੈਕਟ੍ਰਿਕ ਜਿਹੜਾ ਰੈਵੋਲੂਸ਼ਨ ਆ ਰਿਹਾ ਉਹਦੇ 'ਚ ਹੈਲਪ ਆ, ਉਹ ਸਾਰਾ ਕੁਛ ਕਰੇਗਾ। ਬਹੁਤ ਵੱਡੀ ਪ੍ਰਾਪਤੀ ਆ ਇਸ ਜਿਹੜੀ ਸਰਕਾਰ ਦੀ ਇਹ ਬਿੱਲ ਪਾਸ ਹੋਣਾ, ਕਿਉਂਕਿ ਇਹਦੇ ਨਾਲ ਜਿੱਥੇ ਇੰਪਰੂਵਮੈਂਟ ਹੋਏਗੀ ਉੱਥੇ ਬਹੁਤ ਲੋਕਾਂ ਨੂੰ ਜਿਹੜਾ ਰੁਜ਼ਗਾਰ ਮਿਲਣ ਦੀ ਵੀ ਉਮੀਦ ਆ, ਕਿਉਂਕਿ ਜਿਹੜੇ ਪ੍ਰੋਜੈਕਟ ਸ਼ੁਰੂ ਹੋਣਗੇ 8-10 ਸਾਲ ਚੱਲਣਗੇ ਘੱਟੋ ਘੱਟ, ਤੇ ਉਸ ਟਾਈਮ ਦੌਰਾਨ ਤੁਸੀਂ ਦੇਖੋ ਵੀ ਕਿੰਨੇ ਕੁ ਲੋਕਾਂ ਨੂੰ ਇਹਦੇ ਵਿੱਚ ਜੋਬਾਂ ਮਿਲਣਗੀਆਂ, ਜਾਂ ਇਹਦੇ ਅੱਗੇ ਜਿਹੜੇ ਰਿਪਲ ਇਫੈਕਟ ਨੇ ਉਹਦੇ ਨਾਲ ਹੋਰ ਤੋਂ ਹੋਰ ਜੋਬਾਂ ਮਿਲਣਗੀਆਂ ਟਰਾਂਸਪੋਰਟ ਵਾਲਿਆਂ ਨੂੰ, ਜਿਹੜੇ ਕੰਸਟਰਕਸ਼ਨ ਵਾਲਿਆਂ ਨੂੰ, ਰੈਸਟੋਰੈਂਟ ਵਾਲਿਆਂ ਨੂੰ, ਮੋਟਲਾਂ ਨੂੰ। ਇਹਦੇ 'ਚ ਮਤਲਬ ਕਈ ਕੁਛ ਜਿਹੜਾ ਉਹ ਇਹਦੇ 'ਚ ਇਨਵੋਲਵ ਹੋਏਗਾ, ਜਿਹਦੇ ਰਾਹੀਂ ਆਮ ਲੋਕਾਂ ਨੂੰ ਤਾਂ ਚਲੋ ਫਾਇਦਾ ਹੋਏਗਾ ਹੀ ਹੋਏਗਾ ਜਦੋਂ ਬਣੇਗਾ ਇਨਫਰਾਸਟਰਕਚਰ, ਪਰ ਇਹਦੇ ਨਾਲ ਜੋਬਾਂ ਜਿਹੜੀਆਂ ਨੇ ਉਹ ਵੀ ਕ੍ਰੀਏਟ ਹੋਣਗੀਆਂ। ਸੋ ਇਹ ਇੱਕ ਪ੍ਰਾਪਤੀ ਜਿਹੜੀ ਸਮਝੀ ਜਾ ਰਹੀ ਹੈ ਇਸ ਐਡਮਿਨਿਸਟ੍ਰੇਸ਼ਨ ਦੀ ਕਿ ਜਿਨ੍ਹਾਂ ਨੇ ਇਹ ਪਾਸ ਕੀਤਾ। ਇਸ ਤੋਂ ਬਾਅਦ ਜਿਹੜੀ ਹੁਣ ਅਗਲੀ
ਸਾਡੀ ਨਿਗਾਹ ਹੈਗੀ ਆ ਉਹ ਹੈਗੀ ਆ ਕਿ ਜਿਹੜਾ ਕਿ ਇਹ ਹੁਣ ਇਮੀਗ੍ਰੇਸ਼ਨ ਦਾ ਰਿਫਾਰਮ ਬਿੱਲ ਜੋੜ ਕੇ ਕਰ ਰਹੇ ਨੇ ਸਪੈਂਡਿੰਗ ਬਿੱਲ ਦੇ ਨਾਲ, ਤੇ ਉਹਦੇ 'ਚ ਹੁਣ ਦੇਖਣਾ ਹੋਏਗਾ ਵੀ ਇਹ ਕਿਸ ਤਰ੍ਹਾਂ ਇਹਨੂੰ ਮਤਲਬ ਉਹ ਪਾਸ ਕਰਦੇ ਆ। ਉਹਦੇ ਵਿੱਚ ਜਿਹੜੀ ਹੁਣ ਨਵੀਂ ਅਪਡੇਟ ਆਈ ਆ ਬਿਲਡ ਬੈਕ ਬੈਟਰ ਐਕਟ, ਤੋਂ ਇਹ ਜਿਹੜਾ ਹੈਗਾ ਸਪੈਂਡਿੰਗ ਬਿੱਲ ਜਿਹੜਾ ਹੈਗਾ 1.7 ਟ੍ਰਿਲੀਅਨ ਡਾਲਰ ਦਾ ਜਿਹੜਾ ਹਾਊਸ ਦੇ ਕੋਲ ਵਰਸ਼ਨ ਆ ਜਿਹੜਾ ਪਾਸ ਕਰਨਾ ਹਾਊਸ ਨੇ, ਜਿਹਦਾ ਨਾਂ ਆ ਬਿਲਡ ਬੈਕ ਬੈਟਰ ਐਕਟ। ਇਹ ਹੁਣ ਆਹ ਮਹੀਨੇ ਦੇ ਐਂਡ ਤੇ ਉਹ ਕਹਿ ਰਹੇ ਇਸ ਮਹੀਨੇ ਦੇ ਵਿੱਚ ਉੱਤੇ ਵੀ ਵੋਟ ਪਾਈ ਜਾਏਗੀ। ਤੇ ਇਹ ਜਿਹੜਾ ਇਹਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਵੀਜ਼ਨ ਆ, ਇੱਕ ਤਾਂ ਇਹਦੇ ਵਿੱਚ 100 ਬਿਲੀਅਨ ਡਾਲਰ ਰੱਖਿਆ ਗਿਆ ਇਮੀਗ੍ਰੇਸ਼ਨ ਲਈ, ਦੂਜਾ ਇਹਨਾਂ ਨੇ ਇਹ ਰੱਖਿਆ ਕਿ ਜਿਹੜੇ ਬੰਦੇ ਇੱਥੇ ਅਨਡਾਕੂਮੈਂਟਡ ਨੇ ਉਹਨਾਂ ਨੂੰ ਜਿਹੜੇ ਕੰਟਰੀ ਦੇ ਵਿੱਚ 2011 ਤੋਂ ਪਹਿਲਾਂ ਪ੍ਰੈਜ਼ੈਂਟ ਸੀਗੇ, ਜਿਹੜੇ ਕਿ 2011 ਤੋਂ ਪਹਿਲਾਂ ਦੇ ਰਹਿ ਰਹੇ ਇੱਥੇ, ਉਹਨਾਂ ਨੂੰ 5 ਸਾਲ ਲਈ ਇੱਥੇ ਜਿਹੜਾ ਹੈਗਾ ਉਹ ਵਰਕ ਪਰਮਿਟ ਤੇ ਪੈਰੋਲ ਵਗੈਰਾ ਮਿਲੇਗੀ, ਤੇ ਉਹ ਹੋਰ 5 ਸਾਲ ਲਈ ਐਕਸਟੈਂਡ ਹੋ ਜਾਏਗੀ। ਵੀ 10 ਸਾਲ ਟੋਟਲ ਤੁਸੀਂ ਲਾ ਲਓ ਵੀ 2021 ਤੋਂ ਲੈ ਕੇ 2031 ਤੱਕ ਉਹਨਾਂ ਨੂੰ ਇੱਥੇ ਰਹਿਣ ਦੀ ਜਿਹੜੀ ਪਰਮਿਸ਼ਨ ਵਰਕ ਪਰਮਿਟ ਵਗੈਰਾ ਦਿੱਤੇ ਜਾਣਗੇ। ਇਹਦੇ ਵਿੱਚ ਅਜੇ ਗ੍ਰੀਨ ਕਾਰਡ ਇਨਵੋਲਵਡ ਨਹੀਂ ਆ, ਲੇਕਿਨ ਉਹ ਕਹਿ ਰਹੇ ਆ ਕਿ ਫਿਊਚਰ ਦੇ ਵਿੱਚ ਇਹਨੂੰ ਜਿਹੜੇ ਬੰਦੇ ਇਹਦੇ 'ਚ ਐਨਰੋਲ ਕਰਨਗੇ ਉਹਨਾਂ ਨੂੰ ਗ੍ਰੀਨ ਕਾਰਡ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ। ਦੂਸਰਾ ਇਹਦੇ ਵਿੱਚ ਜਿਵੇਂ ਤੁਹਾਨੂੰ ਲਾਸਟ ਟਾਈਮ ਮੈਂ ਦੱਸਿਆ ਸੀਗਾ ਕਿ ਇਹ ਵੀ ਇੱਕ ਗੱਲ ਹੋ ਰਹੀ ਆ ਕਿ ਜਿਹੜੀ ਰਜਿਸਟਰੀ ਆ ਉਹਦੀ ਜਿਹੜੀ ਡੇਟ ਆ 1972 ਦੀ ਉਹ ਮੂਵ ਕਰਕੇ 2010 ਤੇ ਲੈ ਜਾਓ, ਤਾਂ ਕਿ ਜਿਹੜੇ ਬੰਦੇ ਹੁਣ ਇਹ ਆ ਵੀ ਜਿਹੜਾ 72 ਤੋਂ ਪਹਿਲਾਂ ਅਮਰੀਕਾ 'ਚ ਆਇਆ ਇੱਥੇ ਰਹਿ ਰਿਹਾ ਉਹਨੂੰ ਗ੍ਰੀਨ ਕਾਰਡ ਮਿਲ ਸਕਦਾ, ਪਰ 72 ਵਾਲੇ ਤਾਂ ਹੁਣ ਬਹੁਤ ਪੁਰਾਣੇ ਹੋ ਗਏ। ਉਹ ਤਾਂ ਹੁਣ ਮੈਂ ਤਾਂ ਕੋਈ ਦੇਖਿਆ ਨਹੀਂ ਬੰਦਾ ਜਿਹੜਾ 72 ਵਾਲਾ ਇੱਥੇ ਰਹਿੰਦਾ ਹੋਵੇ ਤਾਂ ਗ੍ਰੀਨ ਕਾਰਡ ਨਾ ਹੋਵੇ ਉਹਦੇ ਕੋਲ, ਤੇ ਉਹਨੂੰ ਇਹ ਹੁਣ ਮੂਵ ਕਰਕੇ ਤੇ 2010 ਤੇ ਲਿਜਾਣਾ ਚਾਹੁੰਦੇ। ਜੇ ਉਹ ਕਰਤਾ ਤਾਂ ਉਹਦੇ ਵਿੱਚ ਗ੍ਰੀਨ ਕਾਰਡ ਵੀ ਹੋਣਗੇ, ਪਰ ਫਿਲਹਾਲ ਜਿਹੜੀ ਆਹ ਪ੍ਰੋਵੀਜ਼ਨ ਇਹਦੇ ਵਿੱਚ ਵਰਕ ਪਰਮਿਟ ਨੇ ਤੇ ਪਰਮਿਸ਼ਨ ਆਉਣ ਜਾਣ ਦੀ, ਗ੍ਰੀਨ ਕਾਰਡ ਨਹੀਂ। ਸੋ ਇਹਨੂੰ ਜਿਹੜਾ ਹੈਗਾ ਹੁਣ ਦੇਖਦੇ ਹਾਂ ਵੀ ਇਸ ਮਹੀਨੇ ਦੇ ਵਿੱਚ ਇਹ 'ਤੇ ਜੇ ਵੋਟ ਪੈਂਦੀ ਆ ਤਾਂ ਉਹ ਕਿਸ ਤਰ੍ਹਾਂ ਸਕੈਜੂਲ ਹੁੰਦੀ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਉਹ ਇੰਟਰਨੈਸ਼ਨਲ ਟਰੈਵਲ ਬਾਰੇ ਆ, ਤੇ ਅੱਜ ਜਿਹੜੀ ਕਿ ਡੇਟ ਹੈਗੀ ਆ ਨਵੰਬਰ 8, ਇਹਦੇ ਤੋਂ ਇੰਟਰਨੈਸ਼ਨਲ ਟਰੈਵਲ ਜਿਹੜੀ ਉਹ ਸ਼ੁਰੂ ਹੋ ਗਈ ਆ ਅਮਰੀਕਾ ਦੇ ਵਿੱਚ। ਤੇ ਇਹਦੇ ਵਿੱਚ ਬੇਸਿਕਲੀ ਜਿਹੜੇ ਕੰਟਰੀਆਂ ਤੇ ਅੱਗੇ ਬੈਨ ਲੱਗਿਆ ਜਿਨ੍ਹਾਂ ਵਿੱਚ ਇੰਡੀਆ ਸੀ, ਚਾਈਨਾ ਸੀ, ਇੰਗਲੈਂਡ ਸੀ, ਚਿਲੀ ਸੀ, ਬ੍ਰਾਜ਼ੀਲ ਸੀ, ਜਾਂ ਇੱਦਾਂ ਦੇ ਹੋਰ ਕਈ ਮੁਲਕ ਸੀ ਯੂਰਪੀਅਨ ਕੰਟਰੀਆਂ ਦੇ, ਉੱਥੋਂ ਦੇ ਜਿਹੜੇ ਵੈਕਸੀਨੇਟਡ ਬੰਦੇ ਨੇ ਤੇ ਜਿਨ੍ਹਾਂ ਨੇ ਨੈਗੇਟਿਵ ਟੈਸਟ ਕਰਾਇਆ ਹੋਇਆ ਉਹ ਸਾਰੇ ਬੰਦੇ ਜਿਹੜੇ ਨੇ ਉਹ ਆ ਸਕਦੇ ਨੇ। ਤੇ 26 ਕੰਟਰੀਆਂ ਜਿਹੜੀਆਂ ਹੈਗੀਆਂ ਇਹਦੇ 'ਚ ਇਨਵੋਲਵਡ ਨੇ ਜਿਨ੍ਹਾਂ ਦੇ ਬੰਦੇ ਹੁਣ ਆ ਸਕਣਗੇ। ਉਹਨਾਂ ਵਿੱਚੋਂ ਚਾਈਨਾ, ਇੰਡੀਆ, ਸਾਊਥ ਅਫਰੀਕਾ, ਈਰਾਨ, ਬ੍ਰਾਜ਼ੀਲ, ਬ੍ਰਿਟੇਨ, ਆਇਰਲੈਂਡ, ਤੇ ਬਾਕੀ ਜਿਹੜਾ ਮੈਕਸੀਕੋ ਤੋਂ ਜਾਂ ਕੈਨੇਡਾ ਤੋਂ ਬੰਦੇ ਆਉਂਦੇ ਹੈਗੇ ਆ ਉਹ ਵੀ ਹੁਣ ਸ਼ੁਰੂ ਹੋ ਜਾਣਗੇ ਆਉਣੇ। ਤੇ ਇਹਦੇ ਸ਼ਰਤਾਂ ਇਹੀ ਨੇ ਕਿ ਇੱਕ ਤਾਂ ਤੁਹਾਨੂੰ ਇਹਨਾਂ ਨੂੰ ਸ਼ੋਅ ਕਰਨਾ ਪਏਗਾ ਵੀ ਉਹ ਵੈਕਸੀਨੇਟਡ ਨੇ, ਦੂਜਾ ਇਹ ਸ਼ੋਅ ਕਰਨਾ ਪਏਗਾ ਕਿ ਉਹਨਾਂ ਨੇ ਨੈਗੇਟਿਵ ਟੈਸਟ ਕਰਾਇਆ ਹੋਇਆ। ਤੇ ਇਹਦੇ 'ਚ ਅੱਜ ਤੋਂ ਇੰਟਰਨੈਸ਼ਨਲ ਟਰੈਵਲ ਸ਼ੁਰੂ ਹੈ। ਇਹਦੇ ਨਾਲ ਏਅਰਲਾਈਨਾਂ ਨੂੰ ਤੇ ਜਿਹੜੇ ਹੋਰ ਹੋਟਲਾਂ ਨੂੰ ਜਾਂ ਹੋਰ ਬਿਜ਼ਨਸਾਂ ਨੂੰ ਉਹਦਾ ਵੀ ਅਮਰੀਕਾ ਨੂੰ ਫਾਇਦਾ ਹੋਏਗਾ। ਇਹਦੇ ਨਾਲ ਇਕੋਨਮੀ ਜਿਹੜੀ ਵਧੇਗੀ, ਕਿਉਂਕਿ ਕਾਫੀ ਜ਼ਿਆਦਾ ਟੂਰਿਸਟ ਜਿਹੜਾ ਖਾਸ ਕਰਕੇ ਜਿਹੜੀਆਂ ਟੂਰਿਸਟ ਇੱਥੇ ਡੈਸਟੀਨੇਸ਼ਨਸ ਨੇ ਜਿਵੇਂ ਨਿਊਯਾਰਕ ਹੋ ਗਿਆ, ਨਵਾਡਾ 'ਚ ਲਾਸ ਵੇਗਸ ਹੋ ਗਿਆ, ਜਾਂ ਲਾਸ ਐਂਜਲਸ ਹੋ ਗਿਆ, ਕੈਲੀਫੋਰਨੀਆ, ਸੈਨ ਫਰਾਂਸਿਸਕੋ ਏਰੀਆ ਹੋ ਗਿਆ, ਇਹੋ ਜਿਹੇ ਏਰੀਏ ਦੇ ਵਿੱਚ ਟੂਰਿਸਟ ਕਾਫੀ ਆਉਣਗੇ। ਪਲੱਸ ਜਿਹੜੇ ਉੱਦਾਂ ਬੰਦੇ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ ਆ ਉਹ ਵੀ ਆਉਣਗੇ। ਸੋ ਇਹਦੇ ਨਾਲ ਵੀ ਇਕੋਨਮੀ ਜਿਹੜੀ ਆ ਉਹ ਉੱਪਰ ਜਾਏਗੀ। ਸੋ ਬੜੀ ਚੰਗੀ ਖਬਰ ਆ। ਜਿਹੜੇ ਇੰਨੀ ਦੇਰ ਤੋਂ ਉਡੀਕ ਰਹੇ ਸੀ ਕਿ ਕਦੋਂ ਤੋਂ ਇਹ ਜਿਹੜਾ ਟਰੈਵਲ ਬੈਨ ਖਤਮ ਹੋਏਗਾ ਉਹ ਅੱਜ ਤੋਂ ਖਤਮ ਹੋ ਗਿਆ। ਇਸ ਤੋਂ ਇਲਾਵਾ ਅੱਗੇ ਜਿਹੜੀ ਖਬਰ ਆ ਉਹ ਇਹ ਹੈਗੀ ਆ ਕਿ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ ਉਹ ਪਲਾਨ ਕਰ ਰਿਹਾ ਹੁਣ $4,50,000 ਮਾਈਗਰੈਂਟ ਫੈਮਲੀਜ਼ ਨੂੰ ਪਰ ਫੈਮਲੀ ਦੇਣ ਦਾ, ਜਿਨ੍ਹਾਂ ਦੇ ਬੱਚੇ ਮਾਂ-ਬਾਪ ਤੋਂ ਸੈਪਰੇਟ ਕੀਤੇ ਗਏ ਆ। ਉਹਨਾਂ ਦੇ ਜਿਹੜੇ ਵਕੀਲਾਂ ਨੇ ਕੇਸ ਕੀਤਾ ਹੋਇਆ ਸਰਕਾਰ ਤੇ ਸਰਕਾਰ ਇਹ ਸਮਝਦੀ ਆ ਵੀ ਜੋ ਵੀ ਪਹਿਲਾਂ ਪਿਛਲੀ ਸਰਕਾਰ ਨੇ ਕੀਤਾ ਉਹ ਗਲਤ ਕੀਤਾ, ਜਿਹੜੇ ਮਾਂ-ਬਾਪ ਤੋਂ ਬੱਚੇ ਸੈਪਰੇਟ ਕੀਤੇ ਆ। ਤੇ ਇਹ ਜਿਹੜੇ ਉਹਨਾਂ ਦੇ ਵਕੀਲ ਸੀਗੇ ਬੱਚਿਆਂ ਦੇ ਜਾਂ ਮਾਂ-ਬਾਪ ਦੇ, ਉਹ ਤਾਂ ਮੰਗ ਰਹੇ ਸੀ $1 ਮਿਲੀਅਨ ਪਰ ਫੈਮਲੀ, ਪਰ ਜਿਹੜੀ ਸੈਟਲਮੈਂਟ ਹੋ ਰਹੀ ਆ ਉਹ $4,50,000 ਤੇ ਹੋ ਰਹੀ ਆ। ਤੇ ਉਹ ਸਰਕਾਰ ਕਹਿ ਰਹੀ ਆ ਵੀ ਇਹ ਇਸ ਕਰਕੇ ਦੇਣੇ ਪੈਣੇ ਆ ਕਿਉਂਕਿ ਜਿਹੜੀ ਪਾਲਿਸੀ ਸੀ ਜਿਹਦੇ ਵਿੱਚ ਕਿ ਮਾਂ-ਬਾਪ ਨੂੰ ਬੱਚਿਆਂ ਤੋਂ ਅੱਡ ਕੀਤਾ ਗਿਆ, ਉਹਨਾਂ 'ਤੇ ਮਾੜਾ ਉਹਨਾਂ ਨਾਲ ਵਿਹਾਰ ਕੀਤਾ ਗਿਆ, ਉਹ ਗਲਤ ਆ। ਤੇ ਉਹਨਾਂ ਦੀ ਕੰਪਨਸੇਸ਼ਨ ਜਿਹੜੀ ਬਣਦੀ ਆ ਇਹਦੇ ਉੱਤੇ ਵੀ ਕਾਫੀ ਜਿਹੜੇ ਰਿਪਬਲਿਕਨ ਪਾਰਟੀ ਦੇ ਲਾਅ ਮੇਕਰਸ ਨੇ ਉਹਨਾਂ ਨੇ ਇਹਦਾ ਵਿਰੋਧ ਕੀਤਾ ਕਿ ਤੁਸੀਂ ਉਹਨਾਂ ਬੰਦਿਆਂ ਨੂੰ ਪੈਸੇ ਕਿਉਂ ਦੇ ਰਹੇ ਹੋ। ਤੇ ਇਸ ਕਰਕੇ ਹੁਣ ਦੇਖਦੇ ਹਾਂ ਵੀ ਅੱਗੇ ਇਹਦਾ ਕਿਸ ਤਰ੍ਹਾਂ ਪਲੇ ਆਊਟ ਹੁੰਦਾ।
ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਜਿਹੜੇ H1 ਵਾਲੇ ਹੈਗੇ ਆ, ਜਿਹੜੀ ਕਿ ਇੰਪਲੋਇਮੈਂਟ ਇਮੀਗ੍ਰੇਸ਼ਨ ਹੈਗੀ ਅਮਰੀਕਾ ਦੀ। ਇਹਦੇ 'ਚ ਖਬਰ ਜਿਹੜੀ ਹੈਗੀ ਆ ਉਹ ਇਹ ਆ ਕਿ ਅਮਰੀਕਾ ਨੇ ਜਿਹੜਾ H1 ਵਾਲਿਆਂ ਵਾਸਤੇ ਇੱਕ ਪ੍ਰੋਵੀਜ਼ਨ ਹੈਗੀ ਆ, ਇੱਕ ਕੋਰਟ ਦੇ ਵਿੱਚ ਸੈਟਲਮੈਂਟ ਹੋਈ ਆ, ਤੇ ਇਹਨਾਂ ਨੇ ਇਹ ਕਿਹਾ ਵੀ ਹੁਣ ਦੁਬਾਰਾ ਉਹਨਾਂ ਦੀ ਜਿਹੜੀਆਂ ਐਪਲੀਕੇਸ਼ਨਾਂ ਵਗੈਰਾ ਹੈਗੀਆਂ ਉਹ ਲਈਆਂ ਜਾ ਸਕਣਗੀਆਂ। ਸੋ ਕਲਾਸ ਐਕਸ਼ਨ ਸੈਟਲਮੈਂਟ ਗਿਵਜ਼ ਸੈਕੰਡ ਚਾਂਸ ਟੂ ਕੁਆਲੀਫਾਈਂਗ US employers for H1B petition approval. So lawsuit was filed by 4 US employers whose H1B petitions had been denied. 4 employers ਨੇ ਇੱਕ lawsuit ਫਾਈਲ ਕੀਤਾ ਸੀ ਕਿ ਜਿਨ੍ਹਾਂ ਦੀਆਂ H1B ਪਟੀਸ਼ਨਾਂ ਜਿਹੜੀਆਂ ਨੇ ਉਹ ਡਿਨਾਈ ਕੀਤੀਆਂ ਗਈਆਂ, ਕਿਉਂਕਿ ਜਿਹੜੀ ਮਾਰਕੀਟ ਰਿਸਰਚ ਐਨਾਲਿਸਿਸਟ ਹੈ ਉਹਨਾਂ ਨੂੰ ਸਪੈਸ਼ਲਿਟੀ ਆਕੂਪੇਸ਼ਨ ਦੇ ਵਿੱਚ ਨਹੀਂ ਰੱਖਿਆ ਗਿਆ। ਤੇ ਇਹ ਜਿਹੜੀਆਂ H1B ਜਦੋਂ ਅਪਲਾਈ ਹੁੰਦਾ ਇਹਦੇ ਵਾਸਤੇ ਹਾਈਲੀ ਜਿਹੜੀ ਸਪੈਸ਼ਲਾਈਜ਼ਡ ਜਾਂ ਸਕਿਲਡ ਜੌਬ ਵਾਸਤੇ ਹੁੰਦਾ, ਤੇ ਇਹਦੇ ਵਾਸਤੇ ਰਿਕੁਆਇਰਮੈਂਟ ਇਹ ਹੈਗੀ ਆ ਵੀ ਇੱਕ ਤਾਂ ਬੈਚਲਰ ਦੀ ਡਿਗਰੀ ਚਾਹੀਦੀ ਹੈ ਜਾਂ ਹਾਇਰ ਡਿਗਰੀ ਹੋਵੇ, ਤੇ ਸਪੈਸ਼ਲਿਟੀ ਜਿਹੜੀ ਆਕੂਪੇਸ਼ਨ ਹੈ ਉਹ ਹੋਈ ਹੋਵੇ ਵੀ ਉਹਦੇ ਵਿੱਚ ਇਹ ਫੈਸਲਾ ਹੋਵੇ ਵੀ ਇਹ ਸਪੈਸ਼ਲਿਟੀ ਆਕੂਪੇਸ਼ਨ ਹੈਗੀ, ਜਿਹੜੀ ਮਰਜ਼ੀ ਆਕੂਪੇਸ਼ਨ ਨਹੀਂ ਹੋ ਸਕਦੀ। ਤੇ ਉਹ ਫਿਰ ਕੇਸ ਕੀਤਾ ਗਿਆ ਕਿ ਇਮੀਗ੍ਰੇਸ਼ਨ ਨੇ ਜਿਹੜੀ ਸਪੈਸ਼ਲਿਟੀ ਆਕੂਪੇਸ਼ਨ ਦੀ ਰਿਕੁਆਇਰਮੈਂਟ ਆ ਉਹ ਜਿਹੜੇ ਮਾਰਕੀਟ ਰਿਸਰਚ ਐਨਾਲਿਸਟ ਆ ਉਹਨਾਂ ਨੂੰ ਇਨਕਲੂਡ ਨਹੀਂ ਕੀਤਾ ਗਿਆ, ਜੋ ਕਿ ਹੋਣਾ ਚਾਹੀਦਾ ਸੀ। ਤੇ ਉਹਨਾਂ ਨੇ ਕਿਹਾ ਵੀ ਉਹਦੇ ਕਰਕੇ ਉਹਨਾਂ ਦੇ ਬੰਦਿਆਂ ਨੂੰ ਰੋਂਗਫੁਲੀ H1B ਡਿਨਾਈ ਕੀਤਾ ਗਿਆ। ਤੇ ਉਹ ਫਿਰ ਜਿਹੜਾ ਕੇਸ ਹੈਗਾ ਉਹ ਮਤਲਬ ਕੋਰਟ ਦੇ ਵਿੱਚ ਸੀਗਾ, ਤੇ ਹੁਣ ਇਹ ਆ ਵੀ ਉਹ ਜਿਹੜੀ ਸੈਟਲਮੈਂਟ ਹੋ ਗਈ ਹੈ ਸਰਕਾਰ ਨਾਲ, ਤੇ ਇਹਨਾਂ ਕੋਲ 180 ਦਿਨ ਹੁਣ ਹੋਣਗੇ ਰੀਓਪਨ ਕਰਨ ਦੇ, ਉਹ ਕੇਸ ਦੁਬਾਰਾ ਫਾਈਲ ਕੀਤੇ ਜਾ ਸਕਦੇ ਆ ਜਿਹੜੇ ਡਿਨਾਈ ਹੋਏ ਆ, ਤੇ 180 ਦਿਨ ਦੇ ਵਿੱਚ ਉਹ ਹੋਣਗੇ ਤੇ ਉਹਨਾਂ ਨੂੰ ਇਹਦੇ ਵਿੱਚ ਗਿਣਿਆ ਜਾਏਗਾ। ਸੋ ਦ ਮਾਰਕੀਟ ਰਿਸਰਚ ਐਨਾਲਿਸਟ H1B ਪਟੀਸ਼ਨ ਜਿਹੜੀ ਫਾਈਲ ਕੀਤੀ ਆ ਪਹਿਲਾਂ ਕੀਤੀ ਸੀ ਉਹ ਜਨਵਰੀ 1 2019 ਤੋਂ ਲੈ ਕੇ ਅਕਤੂਬਰ 19 2021 ਤੱਕ ਫਾਈਲ ਹੋਈ ਹੋਣੀ ਚਾਹੀਦੀ ਹੈ, ਜਿਹੜੀ ਕਿ ਡਿਨਾਈ ਹੋਈ ਆ। ਐਂਡ ਦ USCIS ਡਿਨਾਈਡ ਦ ਪਟੀਸ਼ਨ based on the finding that OHH entry for market research analyst does not establish that market research analyst is not a specialty occupation and thus does not meet the first regulatory criterion. ਫਿਰ ਇਮੀਗ੍ਰੇਸ਼ਨ ਨੇ ਉਹ ਡਿਨਾਈ ਕਰਤੀ, ਤੇ ਪਰ ਜੇ ਇਮੀਗ੍ਰੇਸ਼ਨ ਇਸ ਗਰਾਊਂਡ 'ਤੇ ਨਾ ਡਿਨਾਈ ਕਰਦੀ, ਬਾਕੀ ਸਾਰੀਆਂ ਸ਼ਰਤਾਂ ਵਿੱਚ ਪੂਰੀਆਂ ਸੀਗੀਆਂ ਤੇ ਉਹ ਪਟੀਸ਼ਨ ਗ੍ਰਾਂਟ ਹੋਣੀ ਸੀ, ਉਹ ਬੰਦੇ ਹੁਣ ਦੁਬਾਰਾ ਇਹਦੇ ਬਾਰੇ ਆਪਣਾ ਕੇਸ ਅਪਲਾਈ H1 ਦਾ ਕਰ ਸਕਦੇ ਆ, ਰੀਓਪਨ ਕਰ ਸਕਦੇ। ਇਹ ਵੀ ਇੱਕ ਬੜੀ ਜਿਹੜੀ ਇੰਪੋਰਟੈਂਟ ਖਬਰ ਆ। ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਅਸੈਲਮ ਦੇ ਕੇਸਾਂ ਬਾਰੇ। ਸੋ ਪੋਲੀਟੀਕਲ ਅਸੈਲਮ ਦੇ ਕੇਸਾਂ ਦਾ ਜਿਹੜਾ ਪਾਸ ਹੋਣਾ ਹੈਗਾ ਅਮਰੀਕਾ ਵਿੱਚ, ਅਪਰੂਵ ਹੋਣਾ, ਉਹ ਜਾਰੀ ਆ। ਤੇ ਸਾਡੇ ਫਰਾਈਡੇ ਨੂੰ ਜਿਹੜਾ ਫਰਾਈਡੇ ਲੰਘਿਆ, ਸਾਡੇ ਉੱਤੇ 4 ਹੀਅਰਿੰਗਾਂ ਸੀਗੀਆਂ ਤੇ 4 ਹੀ ਕੇਸ ਪਾਸ ਹੋਏ ਆ। ਤੇ ਉਹਨਾਂ ਵਿੱਚੋਂ ਇੱਕ ਕੇਸ ਸ਼ਿਕਾਗੋ 'ਚ ਹੋਇਆ ਸਾਡਾ ਪਾਸ, ਤੇ ਇੱਕ ਕੇਸ ਨਿਊਯਾਰਕ 'ਚ ਹੋਇਆ, ਤੇ 2 ਐਤਕੀ ਕੈਲੀਫੋਰਨੀਆ 'ਚ ਪਾਸ ਹੋਏ ਆ। ਸੋ ਅਸੈਲਮ ਦੇ ਕੇਸ ਜਿਹੜੇ ਆ ਉਹ ਪਾਸ ਹੋ ਰਹੇ ਆ, ਤੇ ਉਹਦੇ ਨਾਲ ਨਾਲ ਜਿਹੜੀ ਇਹ ਹੈਗੀ ਆ, ਕਿਉਂਕਿ ਜਿਹੜੇ ਹਾਲਾਤ ਨੇ ਖਾਸ ਕਰਕੇ ਇੰਡੀਆ ਦੇ, ਉਹਦੀ ਬੇਸ 'ਤੇ ਕੇਸ ਹੁੰਦੇ ਨੇ, ਤੇ ਡਾਕੂਮੈਂਟੇਸ਼ਨ ਪ੍ਰੋਪਰ ਹੋਣੀ ਚਾਹੀਦੀ ਆ, ਪਰਸੀਕਿਊਸ਼ਨ ਹੋਣੀ ਚਾਹੀਦੀ ਆ, ਤੇ ਉਹਨੂੰ ਜਿਹੜੀ ਤਿਆਰੀ ਵਗੈਰਾ ਹੈਗੀ ਆ ਉਹ ਚੰਗੀ ਹੋਣੀ ਚਾਹੀਦੀ ਆ, ਤਾਂ ਕਿ ਜਿਹੜਾ ਕੇਸ ਹੈ ਜੇ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕੀਤਾ ਤਾਂ ਉਹ ਪਾਸ ਹੁੰਦਾ। ਤੇ ਹੋਰ ਕੇਸ ਪਾਸ ਹੋਣ ਦੇ ਨਾਲ ਜਿੱਥੇ ਕਿ ਉਹਨਾਂ ਬੰਦਿਆਂ ਨੂੰ ਫਾਇਦਾ ਹੋਇਆ, ਉਹਨਾਂ ਦੇ ਗਾਂ ਪਰਿਵਾਰਾਂ ਨੂੰ ਵੀ ਫਾਇਦਾ ਹੋਏਗਾ, ਤੇ ਜਿਹੜਾ ਅਮਰੀਕਨ ਡਰੀਮ ਦਾ, ਜਿਹੜੀ ਇੱਕ ਅਮਰੀਕਨ ਡਰੀਮ ਹੈ ਅਮਰੀਕਾ 'ਚ ਰਹਿਣ ਦਾ ਸੁਪਨਾ ਆ, ਉਹ ਉਹਨਾਂ ਦਾ ਪੂਰਾ ਹੋਏਗਾ। ਤੇ ਇਹ ਹੁਣ ਹੋਇਆ ਆ ਫਰਾਈਡੇ ਜਿਹੜਾ ਲੰਘਿਆ। ਤੇ ਇਸ ਤੋਂ ਇਲਾਵਾ ਹੁਣ ਜਿਹੜੀ ਅਗਲੀ ਖਬਰ ਹੈਗੀ ਆ ਉਹ ਹੈਗੀ ਆ ਜਿਹੜੇ ਸਿਟੀਜ਼ਨਸ਼ਿਪ ਦੇ ਕੇਸਾਂ ਬਾਰੇ ਅਪਡੇਟ ਆ, ਉਹ ਆਈ ਆ। ਫਾਸਟ ਕਰ ਰਹੇ ਨੇ ਅੱਗੇ ਨਾਲੋਂ, ਫਿਲਹਾਲ 12 ਮਹੀਨੇ ਲੱਗ ਰਹੇ ਆ, ਤੇ ਉਹ ਫਾਸਟ ਹੋਣ ਦੇ ਨਾਲ ਜਿਹੜਾ ਹੈਗਾ ਹੁਣ ਦੇਖਦੇ ਆ ਕਿ ਕਿੰਨਾ ਕੁ ਨੂੰ ਇਹ ਜਿਹੜਾ ਤੇਜ਼ ਆ ਉਹ ਕਰਦੇ ਆ, ਪਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਤੇਜ਼ ਕਰਾਂਗੇ। ਇਹਦੇ ਨਾਲ ਨਾਲ ਮੈਂ ਤੁਹਾਨੂੰ ਲਾਸਟ ਵੀਕ ਦੱਸਿਆ ਸੀਗਾ ਕਿ ਸਾਡੀ ਮੁਲਾਕਾਤ ਹੋਈ ਹੈਗੀ ਆ ਸੈਨੇਟਰ ਪਡੀਆ ਦੇ ਨਾਲ, ਜਿਹੜੇ ਕਿ ਇੱਥੋਂ ਦੇ ਕੈਲੀਫੋਰਨੀਆ ਸੈਨੇਟਰ ਨੇ, ਤੇ ਇਮੀਗ੍ਰੇਸ਼ਨ ਦੀ ਜਿਹੜੀ ਸੈਨੇਟ ਦੀ ਕਮੇਟੀ, ਸਬ ਕਮੇਟੀ ਆ, ਉਹਦੇ ਚੇਅਰਮੈਨ ਨੇ। ਜੁਡੀਸ਼ਰੀ ਕਮੇਟੀ ਜਿਹੜੀ ਸਭ ਤੋਂ ਇੰਪੋਰਟੈਂਟ ਕਮੇਟੀ ਹੁੰਦੀ ਸੈਨੇਟ ਦੀ, ਉਹਦੇ ਮੈਂਬਰ ਨੇ। ਉਹਦੇ ਨਾਲ ਨਾਲ ਸੈਨੇਟਰ ਕੋਰੀ ਬੁੱਕਰ ਨਾਲ ਗੱਲ ਹੋਈ, ਉਹ ਵੀ ਇਹਨਾਂ ਦੋਨਾਂ ਕਮੇਟੀਆਂ ਦੇ ਮੈਂਬਰ ਨੇ। ਉਹਨਾਂ ਬਾਰੇ ਅਸੀਂ ਗੱਲ ਕੀਤੀ ਕਿ ਇੱਕ ਤਾਂ ਐਮਬੈਸੀ ਜਿਹੜੀ ਆ ਉਹ ਇਮੀਗਰੈਂਟ ਵੀਜ਼ਿਆਂ ਵਾਸਤੇ ਜਿਹੜੀਆਂ ਇੰਟਰਵਿਊਜ਼ ਹੁੰਦੀਆਂ ਇੰਡੀਆ 'ਚ, ਉਹ ਬੰਬੇ ਤੋਂ ਸ਼ਿਫਟ ਕਰਕੇ ਦਿੱਲੀ ਕੀਤੀ ਜਾਵੇ।
ਦੂਜਾ ਉਹਨਾਂ ਨੂੰ ਅਸੀਂ ਕਿਹਾ ਵੀ ਵਰਕ ਪਰਮਿਟ ਵਾਲਿਆਂ ਨੂੰ ਬਹੁਤ ਟਾਈਮ ਲੱਗ ਰਿਹਾ ਤੇ ਉਹਦਾ ਜਿਹੜਾ ਬੈਕਲੌਗ ਆ ਉਹ ਘੱਟ ਹੋਣਾ ਚਾਹੀਦਾ। ਜਿਹੜੇ ਇਮੀਗ੍ਰੈਂਟ ਵੀਜ਼ੇ ਪਟੀਸ਼ਨਾਂ ਨੇ ਉਹਨਾਂ ਦਾ ਬੈਕਲੌਗ ਵੀ ਘੱਟ ਹੋਣਾ ਚਾਹੀਦਾ। ਉਹਨਾਂ ਦੇ ਆਫਿਸ ਤੋਂ ਸਾਨੂੰ ਕਮਿਊਨੀਕੇਸ਼ਨ ਆਈ ਆ ਕਿ ਉਹ ਇਹਦੇ 'ਤੇ ਕੰਮ ਕਰ ਰਹੇ ਨੇ ਤੇ ਉਹਦੇ 'ਚ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਆਪਾਂ ਦੇਖਾਂਗੇ ਕਿ ਕਿਸ ਤਰ੍ਹਾਂ ਇਹਦੇ 'ਤੇ ਵਰਕਆਊਟ ਹੁੰਦਾ। ਇਸ ਵੀਕ ਜਿਹੜੀ ਹੈਗੀ ਆ ਸਾਡੀ ਮੁਲਾਕਾਤ ਜਿਹੜੇ ਹਾਊਸ ਦੇ ਅਸਿਸਟੈਂਟ ਸਪੀਕਰ ਨੇ ਉਹਨਾਂ ਨਾਲ ਹੋਣੀ ਆ, ਜਿਹੜੇ ਕਿ ਨੈਂਸੀ ਆਪਣਾ ਪਲੋਸੀ ਸਪੀਕਰ ਨੇ ਉਹਨਾਂ ਦੇ ਬਾਅਦ ਦੂਜੇ ਨੰਬਰ 'ਤੇ ਨੇ। ਜਿਵੇਂ ਆਪਣੇ ਇੰਡੀਆ ਦੇ ਵਿੱਚ ਡਿਪਟੀ ਸਪੀਕਰ ਹੁੰਦਾ, ਇੱਥੇ ਉਹਨੂੰ ਅਸਿਸਟੈਂਟ ਸਪੀਕਰ ਕਿਹਾ ਜਾਂਦਾ। ਉਹਨਾਂ ਨਾਲ ਵੀ ਮੁਲਾਕਾਤ ਹੋਣੀ ਹੈ ਇਸ ਹਫ਼ਤੇ ਤੇ ਉਹਨਾਂ ਕੋਲ ਵੀ ਮੈਂ ਇਹ ਮਸਲੇ ਜਿਹੜੇ ਆ ਇਹ ਜ਼ਰੂਰ ਉਠਾਵਾਂਗਾ ਤੇ ਤੁਹਾਨੂੰ ਅਪਡੇਟ ਦੇਵਾਂਗੇ ਵੀ ਕਿਸ ਤਰ੍ਹਾਂ ਹੈਗਾ। ਤੇ ਮੇਰੀ ਕੋਸ਼ਿਸ਼ ਹੈਗੀ ਆ ਕਿ ਇਹਨਾਂ ਮਸਲਿਆਂ ਦਾ ਹੱਲ ਜਿਹੜਾ ਹੈਗਾ ਉਹ ਹੋ ਸਕੇ। ਜਿਹੜਾ ਬੈਕਲੌਗ ਆ ਉੱਤੇ ਕੋਈ ਕਾਰਵਾਈ ਹੋਵੇ। ਜਿਹੜੀ ਇਮੀਗ੍ਰੈਂਟ ਵੀਜ਼ਿਆਂ ਵਾਸਤੇ ਇੰਟਰਵਿਊਜ਼ ਨੇ ਉਹ ਦਿੱਲੀ 'ਚ ਹੋਣ, ਬੰਬੇ ਦੀ ਬਜਾਏ ਪੰਜਾਬ ਵਾਲਿਆਂ ਦੀਆਂ। ਤੇ ਇੱਥੇ ਜਿਹੜਾ ਟਾਈਮ ਜ਼ਿਆਦਾ ਲੱਗ ਰਿਹਾ ਵਰਕ ਪਰਮਿਟ ਰਿਨੂਅਲਸ ਵਗੈਰਾ ਦਾ, ਉਹ ਵੀ ਜਿਹੜਾ ਐਡਰੈਸ ਹੋਵੇ ਉਹਦਾ ਟਾਈਮ ਜਿਹੜਾ ਹੈਗਾ ਉਹ ਘੱਟ ਲੱਗੇ। ਸੋ ਇਹ ਸੀਗੀਆਂ ਇੰਪੋਰਟੈਂਟ ਘਟਨਾਵਾਂ ਤੇ ਇਹਦੇ ਨਾਲ ਹੁਣ ਸਮਾਂ ਹੋ ਗਿਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ ਤੇ ਉਹ ਆਪਾਂ ਕੋਸ਼ਿਸ਼ ਕਰਦੇ ਹਾਂ ਜੀ। ਪਹਿਲਾ ਸਵਾਲ ਹੈ ਜੀ ਕਿ ਜਿੰਨੀਆਂ ਵੀ ਕੈਟੇਗਰੀਆਂ ਨੇ F4 F3 ਕਦੋਂ ਫਾਸਟ ਹੋਣਗੀਆਂ, ਇਹਦੇ ਬਾਰੇ ਅਜੇ ਕੁਝ ਨਹੀਂ ਕਹਿ ਸਕਦੇ ਜੀ, ਬਹੁਤ ਸਲੋ ਨੇ। ਜਿਹੜਾ ਵੀਜ਼ਾ ਬੁਲੇਟਿਨ ਆ ਮੈਂ ਤੁਹਾਨੂੰ ਲਾਸਟ ਟਾਈਮ ਉਹ ਪੜ੍ਹ ਕੇ ਦੱਸਿਆ ਸੀ ਨਵੰਬਰ ਦਾ, ਉਹਦੇ ਬਾਰੇ ਮੈਂ ਇੱਕ ਵਾਰੀ ਫੇਰ ਅਪਡੇਟ ਦੇ ਦਿੰਦਾ ਕਿਉਂਕਿ ਜ਼ਿਆਦਾ ਸਵਾਲ ਆਪਣੇ ਵੀਜ਼ਾ ਬੁਲੇਟਿਨ ਦੇ ਨਾਲ ਹੀ ਸੰਬੰਧਿਤ ਹੁੰਦੇ ਨੇ। ਸੋ ਇਹਦੇ 'ਚ ਜਿਹੜਾ F4 ਕੈਟੇਗਰੀ ਆ ਜਿਹੜੀ ਕਿ ਭਰਾ ਭੈਣ ਦੇ ਸਿਟੀਜ਼ਨ ਦੇ ਬੱਚਿਆਂ ਦੀ, ਉੱਥੇ ਚੱਲ ਰਿਹਾ 15 ਸਤੰਬਰ 2005। F3 ਕੈਟੇਗਰੀ ਜਿਹੜੇ ਕਿ US ਸਿਟੀਜ਼ਨ ਦੇ ਮੈਰਿਡ ਬੱਚਿਆਂ ਦੀ ਆ ਤਾਂ ਉਹਨਾਂ ਦੇ ਬੱਚਿਆਂ ਦੀ ਉੱਥੇ ਚੱਲ ਰਿਹਾ 22 ਨਵੰਬਰ 2008। F2B ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ ਅਨਮੈਰਿਡ ਬੱਚੇ ਦੀ ਚੱਲ ਰਿਹਾ ਜੀ 22 ਸਤੰਬਰ 2015। F2A ਕੈਟੇਗਰੀ ਹੈ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚਿਆਂ ਦੀ ਉਹ ਕਰੰਟ ਹੈ। F1 ਕੈਟੇਗਰੀ ਜਿਹੜੀ ਆ ਉਹ 1 ਦਸੰਬਰ 2014 ਚੱਲ ਰਿਹਾ। ਜਿਹੜੀਆਂ ਡੇਟਾਂ ਦੀ ਡਾਕੂਮੈਂਟੇਸ਼ਨ ਮੰਗ ਰਹੇ ਨੇ ਉਹ ਹੈਗੀ ਹੈ ਜੀ F4 ਦੀ 1 ਜਨਵਰੀ 2006, F3 ਦੀ 22 ਅਗਸਤ 2009, F2B ਦੀ 22 ਸਤੰਬਰ 2016, F2A ਦੀ 1 ਜੂਨ 2021 ਤੇ F1 ਦੀ 15 ਮਈ 2016। ਸੋ ਇਹ ਕੈਟੇਗਰੀਆਂ ਨੇ। ਬਾਕੀ ਹੁਣ ਫਾਸਟ ਹੋਣ ਬਾਰੇ ਅਜੇ ਆਪਾਂ ਕੁਝ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ, ਉਹਨਾਂ ਨੇ ਪੁੱਛਿਆ ਕਿ ਮੈਂ ਰਿਮੂਵਲ ਕੇਸ ਮੇਰਾ ਹੈਗਾ 2010 ਤੋਂ ਤੇ ਮੈਨੂੰ NTA ਮਿਲਿਆ ਸੀ, ਕੋਈ ਡੇਟ ਟਾਈਮ ਉੱਤੇ ਨਹੀਂ ਸੀ ਤੇ ਮੈਂ ਕਈ ਵਾਰੀ 5th ਸਰਕਟ 'ਚ ਅਪੀਲ ਕੀਤੀ ਆ ਪਰ ਉਹਨਾਂ ਨੇ ਮੇਰਾ ਕੇਸ ਜਿਹੜਾ ਹੈਗਾ ਉਹ ਅਪੀਲ ਐਕਸੈਪਟ ਨਹੀਂ ਕੀਤੀ। ਤੇ ਨਵੀਂ ਜਿਹੜਾ ਆਪਾਂ ਦੱਸਿਆ ਸੀ ਲਾਸਟ ਟਾਈਮ ਇੱਕ ਆਇਆ BIA ਦਾ ਕੇਸ, ਉਹਦੇ ਮੁਤਾਬਕ ਕੀ ਬਣ ਸਕਦਾ। ਦੇਖੋ ਹਰੇਕ ਕੇਸ ਡਿਫਰੈਂਟ ਹੁੰਦਾ। ਇਹ ਹੁਣ ਤੁਹਾਡੀ ਸਾਰੀ ਡਾਕੂਮੈਂਟੇਸ਼ਨ ਜਾਂ ਤੁਸੀਂ ਮੈਨੂੰ ਆਪਣਾ ਈਮੇਲ ਕਰ ਦਿਓ jpsinghattorney@gmail 'ਤੇ, ਉਹ ਦੇਖ ਕੇ ਤੁਹਾਨੂੰ ਮੈਂ ਦੱਸ ਸਕਦਾ ਕਿ ਤੁਹਾਡਾ ਕੇਸ ਉਹਦੇ ਅੰਡਰ ਆਉਂਦਾ ਕਿ ਨਹੀਂ ਆਉਂਦਾ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਕੇਸ ਹਰੇਕ ਰੂਲਿੰਗ ਦੇ ਵਿੱਚ ਆਵੇ। ਰੂਲਿੰਗਸ ਜਿਹੜੀਆਂ ਕਾਫੀ ਟੈਕਨੀਕਲ ਹੁੰਦੀਆਂ ਨੇ, ਸੋ ਦੇਖ ਕੇ ਹੀ ਦੱਸ ਸਕਦੇ ਤੁਹਾਡੀ ਪੂਰੀ ਡਾਕੂਮੈਂਟੇਸ਼ਨ ਪੂਰੀ ਫਾਈਲ ਕਿ ਤੁਸੀਂ ਇਹ 'ਚ ਕਵਰ ਹੁੰਦੇ ਆ ਕਿ ਨਹੀਂ ਹੁੰਦੇ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਹੇ ਆ ਕਿ ਮੈਂ ਆਪਣੇ ਭਰਾ ਦਾ ਅਪਲਾਈ ਕੀਤਾ ਸੀ 2006 'ਚ ਤੇ ਉਹਨਾਂ ਨੂੰ ਸਵਾਲ ਨੇ ਸਾਡੇ ਬਰਥ ਸਰਟੀਫਿਕੇਟ ਬਾਰੇ ਤੇ ਸਾਨੂੰ ਅਪਰੂਵਲ ਡੇਟ ਦਾ ਜੇ ਕੋਈ ਪਤਾ ਨਹੀਂ ਤਾਂ ਕਿਵੇਂ ਚੈੱਕ ਕਰ ਸਕਦੇ ਹਾਂ। ਦੇਖੋ ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ ਹੋ, ਲੈਟਰ ਲਿਖ ਸਕਦੇ ਹੋ, ਜਿਹੜਾ ਤੁਹਾਨੂੰ ਪਹਿਲਾਂ ਰਸੀਦ ਨੋਟਿਸ ਆਇਆ ਉੱਤੇ ਲੈਟਰ ਲਿਖੋ ਤੇ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ। ਹੁਣ ਅੱਜ ਕੱਲ੍ਹ ਅਪਰੂਵਲ ਨੂੰ ਕਾਫੀ ਟਾਈਮ ਲੱਗ ਰਿਹਾ, ਤਕਰੀਬਨ ਅਪਰੂਵਲ ਜਿਹੜੀ 8-10 ਸਾਲ ਬਾਅਦ ਆ ਰਹੀ ਆ, ਪਰ ਤੁਹਾਡਾ 6 ਦਾ ਹੁਣ ਤੱਕ ਤਾਂ ਆਉਣੀ ਚਾਹੀਦੀ ਸੀਗੀ ਅਪਰੂਵਲ। ਸੋ ਉਹਨਾਂ ਨਾਲ ਕੰਟੈਕਟ ਕਰੋ ਤੇ ਜੇ ਬਰਥ ਸਰਟੀਫਿਕੇਟ ਵਗੈਰਾ ਤੁਹਾਡੇ ਕੋਲ ਨਹੀਂ ਹੈ ਤਾਂ ਉਹ ਤੁਹਾਨੂੰ ਫਿਰ ਚਾਹੀਦਾ ਬਣਾਉਣਾ। ਜੇ ਨਹੀਂ ਬਣ ਸਕਦਾ ਕਿਉਂਕਿ ਰਜਿਸਟਰ ਨਹੀਂ ਹੋਇਆ, ਫਿਰ ਨੋਟ ਫਾਊਂਡ ਦਾ ਜਿਹੜਾ ਸਰਟੀਫਿਕੇਟ ਹੁੰਦਾ ਉਹ ਕਢਾ ਕੇ ਕਿ ਸਾਡੇ ਕੋਲ ਰੈਕਡ ਹੈ ਨਹੀਂ, ਉੱਥੋਂ ਨਾਲ 3 ਐਫੀਡੇਵਿਟ ਉਹਨਾਂ ਬੰਦਿਆਂ ਚਾਹੀਦੇ ਨੇ ਜਿਹੜੇ ਕਿ ਉਹਨਾਂ ਤੋਂ ਵੱਡੇ ਨੇ ਉਮਰ ਤੇ ਉਹ ਜਾਣਦੇ ਨੇ ਉਹਨਾਂ ਦਾ ਜਨਮ ਹੋਇਆ ਤੇ ਜਨਮ ਤੇ ਪ੍ਰੈਜ਼ੈਂਟ ਸੀ, ਜਿਵੇਂ ਕਿ ਤੁਹਾਡੇ ਮਾਮਾ ਚਾਚੇ ਤਾਏ ਇਸ ਕਿਸਮ ਦੇ ਜਿਹੜੇ ਰਿਲੇਟਿਵ ਹੋ ਗਏ, ਉਹਨਾਂ ਦੇ ਐਫੀਡੇਵਿਟ ਲਾ ਕੇ ਤੁਸੀਂ ਭੇਜ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ 2011 ਦੇ ਵਿੱਚ ਉਹ ਕਹਿ ਰਹੇ ਆ ਕਿ ਸਾਡਾ ਕੇਸ F3 'ਚ ਅਪਲਾਈ ਹੋਇਆ ਸੀ, ਕਿੰਨਾ ਟਾਈਮ ਲੱਗੂਗਾ। 2008 ਅਜੇ ਚੱਲ ਰਿਹਾ ਜੀ, ਤੁਹਾਨੂੰ 3 ਸਾਲ ਹੋਰ ਲੱਗਣਗੇ ਜੀ। ਤੇ ਅਗਲਾ ਸਵਾਲ ਹੈ ਜੀ, ਉਹ ਕਹਿ ਰਹੇ ਕਿ ਮੈਂ ਸਟੂਡੈਂਟ ਹੈਗਾ UK 'ਚ ਤੇ ਮੈਂ ਅਮਰੀਕਾ 'ਚ ਅਸੈਲਮ ਅਪਲਾਈ ਕਰ ਸਕਦਾ ਇੱਥੇ ਆ ਕੇ। ਦੇਖੋ ਅਸੈਲਮ ਤਾਂ ਕੋਈ ਵੀ ਅਪਲਾਈ ਕਰ ਸਕਦਾ, ਪਰ ਉਹਦੇ ਜਿਹੜੇ 5 ਗਰਾਊਂਡ ਨੇ ਉਹਦੇ ਵਿੱਚ ਤੁਹਾਡਾ ਕੇਸ ਹੋਣਾ ਚਾਹੀਦਾ ਤੇ ਕੇਸ ਜੈਨੂਇਨ ਹੋਣਾ ਚਾਹੀਦਾ। ਉਹ 'ਚ ਸ਼ੋਅ ਕਰਨਾ ਪੈਂਦਾ ਜੀ ਪਰਸੀਕਿਊਸ਼ਨ ਹੋਈ ਆ, ਤੁਹਾਨੂੰ ਪ੍ਰੋਬਲਮ ਆਈ ਆ ਤੇ ਗਾਂਹ ਨੂੰ ਵੀ ਪ੍ਰੋਬਲਮ ਤੁਹਾਨੂੰ ਜਿਹੜੀ ਆ ਉਹ ਆਏਗੀ। ਜੇ ਤੁਹਾਡੇ ਕੋਲ ਇਹਦੇ ਪ੍ਰੂਫ ਹੈਗੇ ਨੇ ਕੇਸ ਤੁਹਾਡਾ ਜੈਨੂਇਨ ਆ, ਤੁਸੀਂ ਜ਼ਰੂਰ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਉਹ ਇਹ ਕਹਿ ਰਿਹਾ ਕਿ ਮੇਰੀ ਵਾਈਫ ਨਾਲ ਮੇਰੀ ਅਣਬਣ ਹੋ ਗਈ, ਉਹਨੇ ਮੇਰਾ 10 ਸਾਲ ਦਾ ਗ੍ਰੀਨ ਕਾਰਡ ਰੱਖ ਲਿਆ ਤੇ ਹੁਣ ਮੈਂ ਗ੍ਰੀਨ ਕਾਰਡ ਜਿਹੜਾ ਹੈਗਾ ਦੁਬਾਰਾ ਅਪਲਾਈ ਕਰ ਸਕਦਾ। ਹਾਂਜੀ, ਉਹਦੇ 'ਚ I-90 ਫਾਰਮ ਹੁੰਦਾ, ਤੁਸੀਂ ਉਹਨਾਂ ਨੂੰ ਦੱਸ ਕੇ ਕਿ ਮੇਰੇ ਕੋਲ ਗ੍ਰੀਨ ਕਾਰਡ ਨਹੀਂ ਹੈ, ਉਹ ਗ੍ਰੀਨ ਕਾਰਡ ਮੇਰਾ ਜਿਹੜਾ ਹੈਗਾ ਉਹ ਰੱਖਿਆ ਹੋਇਆ। ਤੁਸੀਂ ਪਹਿਲਾਂ ਤਾਂ ਪੁਲਿਸ ਕੋਲ ਵੀ ਵੈਸੇ ਮਤਲਬ ਜਾ ਸਕਦੇ ਹੋ, ਪੁਲਿਸ ਕੋਲ ਕੰਪਲੇਂਟ ਕਰ ਸਕਦੇ ਹੋ। ਜੇ ਪੁਲਿਸ ਵਾਲੇ ਦਵਾ ਦੇਣ
ਨਹੀਂ ਤੁਸੀਂ ਇਮੀਗ੍ਰੇਸ਼ਨ ਦੇ ਵਿੱਚ ਵੀ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ F3 ਕੈਟਾਗਰੀ ਦੇ ਵਿੱਚ 2011 'ਚ ਅਪਲਾਈ ਕੀਤਾ ਸੀ, 15 'ਚ ਅਪਰੂਵਲ ਆਈ ਆ, ਮੇਰੀ ਉਮਰ 20 ਸਾਲ ਦੀ ਹੈਗੀ ਆ ਅਤੇ ਕੀ ਮੈਂ ਕਵਰ ਹੋਵਾਂਗਾ। ਦੇਖੋ ਇਸ ਤਰ੍ਹਾਂ ਆ ਕਿ ਅਜੇ 2008 ਚੱਲ ਰਿਹਾ, ਤੁਹਾਨੂੰ 3 ਸਾਲ ਹੋਰ ਲੱਗਣਗੇ। ਸੋ 3 ਸਾਲਾਂ ਤੱਕ ਤੁਹਾਡੀ ਉਮਰ 23 ਸਾਲ ਦੀ ਜੇ ਹੋ ਗਈ ਅਤੇ ਤੁਹਾਨੂੰ ਹੁਣ ਅਪਰੂਵਲ ਨੂੰ 4 ਸਾਲ ਲੱਗੇ ਆ। ਉਹ 4 ਸਾਲ ਦਾ ਟਾਈਮ ਉਮਰ 'ਚੋਂ ਕੱਢਿਆ ਜਾਊਗਾ ਅੰਡਰ ਚਾਈਲਡ ਸਟੈਟਸ ਪ੍ਰੋਟੈਕਸ਼ਨ ਐਕਟ। ਤੁਸੀਂ ਕਵਰ ਤਕਰੀਬਨ ਹੋ ਸਕਦੇ ਹੋ ਜੇ 3 ਸਾਲ 'ਚ ਵਾਰੀ ਆ ਗਈ। ਜੇ 3 ਸਾਲ ਤੋਂ ਜ਼ਿਆਦਾ ਟਾਈਮ ਲੱਗਿਆ ਫਿਰ ਤੁਹਾਡੀ ਵਾਰੀ ਜਿਹੜੀ ਆ ਉਹ ਸ਼ਾਇਦ ਨਾ ਆਵੇ, ਪਰ 3 ਸਾਲ 'ਚ ਲੱਗਿਆ ਤਾਂ ਫਿਰ ਆ ਜਾਏਗੀ। ਅਤੇ ਤੁਹਾਨੂੰ ਅਨਮੈਰਿਡ ਰਹਿਣਾ ਜ਼ਰੂਰੀ ਹੈ ਇਸ ਕੈਟਾਗਰੀ ਲਈ। ਅਗਲਾ ਸਵਾਲ ਹੈ ਜੀ F4 ਕੈਟਾਗਰੀ 2006 ਮਾਰਚ ਦੇ ਵਿੱਚ ਅਪਲਾਈ ਕੀਤਾ ਸੀਗਾ ਅਤੇ ਇਹਦਾ ਸਾਡਾ ਅਜੇ ਤੱਕ ਕਦੋਂ ਵਾਰੀ ਆਊਗੀ। ਅਜੇ ਤਾਂ 2000 ਉੱਥੇ ਸਪਟੈਂਬਰ ਚੱਲ ਰਿਹਾ ਜੀ ਅਤੇ ਕਾਫੀ ਸਲੋਅ ਆ ਅਤੇ ਅਜੇ ਨਹੀਂ ਕਹਿ ਸਕਦੇ ਕਿੰਨਾ ਟਾਈਮ ਲੱਗੂ, 6 ਮਹੀਨੇ ਲੱਗਣਗੇ ਕਿ 8 ਲੱਗਣਗੇ ਕਿ ਸਾਲ ਲੱਗੂਗਾ। ਉਦੋਂ ਬਾਅਦ ਜੀ ਉਹ ਇਹ ਕਹਿ ਰਹੇ ਆ ਕਿ ਕਦੋਂ ਅੰਬੈਸੀ ਜਿਹੜੀ ਮੁੰਬਈ ਵਾਲੀ ਆ ਉੱਥੇ ਇੰਟਰਵਿਊਜ਼ ਓਪਨ ਹੋਣਗੀਆਂ। F2 ਜਿਹੜੀ B ਕੈਟਾਗਰੀ ਹੈਗੀ ਆ 21 ਸਾਲ ਤੋਂ ਉੱਪਰ ਅਨਮੈਰਿਡ ਬੱਚਿਆਂ ਦੀ, ਇਹਦੇ ਬਾਰੇ ਦੇਖੋ ਇੰਟਰਵਿਊਆਂ ਕੈਟਾਗਰੀ ਤਾਂ ਇਹ ਓਪਨ ਆ, ਪਰ ਇੰਟਰਵਿਊਜ਼ ਦਾ ਅਜੇ ਪਤਾ ਨਹੀਂ ਵੀ ਕਦੋਂ ਆਉਣੀਆਂ ਕਿਉਂਕਿ ਬਹੁਤ ਸਲੋਅ ਹੈਗੀ। ਇਹਨੂੰ ਟਾਈਮ ਲੱਗ ਸਕਦਾ, ਹੋ ਸਕਦਾ 3 ਮਹੀਨੇ ਲੱਗਣ, ਹੋ ਸਕਦਾ 6 ਲੱਗਣ, ਇਹ 'ਚ ਕੁਛ ਨਹੀਂ ਕਹਿ ਸਕਦੇ। ਅਤੇ ਅਗਲਾ ਸਵਾਲ ਹੈ ਜੀ ਕਿ F4 ਕੈਟਾਗਰੀ ਬਾਰੇ ਕੋਈ ਤੇਜ਼ ਹੋਣ ਦਾ ਕੋਈ ਨਿਊਜ਼ ਹੈ? ਨਹੀਂ, ਇਹਦੇ ਅਜੇ ਕੋਈ ਨਿਊਜ਼ ਨਹੀਂ ਹੈ ਜੀ, ਅਜੇ ਤਾਂ ਕਾਫੀ ਸਲੋਅ ਆ ਕੈਟਾਗਰੀ, ਇਹਦੇ ਬਾਰੇ ਅਜੇ ਕੁਛ ਨਹੀਂ ਕਹਿ ਸਕਦੇ। ਅਗਲਾ ਸਵਾਲ ਹੈ ਜੀ ਕਿ 22 ਅਕਤੂਬਰ 2010 ਨੂੰ ਅਪਲਾਈ ਕੀਤਾ ਸੀ F3 ਅਤੇ ਕਦੋਂ ਵਾਰੀ ਆਊਗੀ? ਅਜੇ ਤਾਂ 2008 ਚੱਲ ਰਿਹਾ ਜੀ, 2 ਸਾਲ ਹੋਰ ਲੱਗ ਸਕਦੇ ਆ। ਅਗਲਾ ਸਵਾਲ ਹੈ ਜੀ ਕਿ ਉਹ ਕਹਿੰਦੇ ਨੇ ਕਿ 2019 'ਚ ਮੈਂ ਅਮਰੀਕਾ ਆਇਆ ਸੀਗਾ ਅਤੇ ਇੱਥੋਂ ਮੈਨੂੰ ਡਿਪੋਰਟ ਕਰਤਾ ਬਾਰਡਰ ਤੋਂ, ਅਤੇ ਕੀ ਮੈਂ ਦੁਬਾਰਾ ਆ ਸਕਦਾ? ਜੇ ਦੁਬਾਰਾ ਆਓਗੇ ਤਾਂ ਪੁਰਾਣਾ ਹੀ ਜਿਹੜਾ ਆਰਡਰ ਡਿਪੋਰਟੇਸ਼ਨ ਦਾ ਹੈਗਾ ਉਹਨੂੰ ਰੀਇਨਸਟੇਟ ਕੀਤਾ ਜਾ ਸਕਦਾ। ਸੋ ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਐਂਟਰੀ ਮਿਲੇ। ਪਿੱਛੇ ਇਹਦੇ ਬਾਰੇ ਸੁਪਰੀਮ ਕੋਰਟ ਦਾ ਡਿਸੀਜਨ ਵੀ ਆਇਆ, ਉਹਨਾਂ ਨੇ ਕਿਹਾ ਵੀ ਜਿਹੜੇ ਬੰਦੇ 'ਤੇ ਡੈਪੂਟੇਸ਼ਨ ਲੱਗੀ ਹੈ ਜੇ ਉਹ ਦੁਬਾਰਾ ਵਾਪਸ ਆਉਂਦਾ, ਸਰਕਾਰ ਦੀ ਕੋਈ ਇਹੋ ਜਿਹੀ ਜ਼ਿੰਮੇਵਾਰੀ ਨਹੀਂ ਕਿ ਉਹਨੂੰ ਰਿਲੀਜ਼ ਕੀਤਾ ਜਾਵੇ, ਤਾਂ ਤੁਹਾਨੂੰ ਦੁਬਾਰਾ ਫਿਰ ਡਿਪੋਰਟ ਕਰ ਸਕਦੇ ਆ। ਅਗਲਾ ਸਵਾਲ ਹੈ ਜੀ ਕਿ 2017 'ਚੋਂ ਕਹਿੰਦੇ ਡਿਪੋਰਟ ਹੋ ਕੇ ਮਿਆਮੀ ਫਲੋਰੀਡਾ ਕੈਂਪ ਸੀ ਅਤੇ ਮੈਂ ਚਲ ਗਿਆ ਵਾਪਸ ਅਤੇ ਵਾਪਸ ਆ ਸਕਦਾ। ਤੁਹਾਡਾ ਵੀ ਉਹੀ ਜਵਾਬ ਹੈ ਜੀ, ਜੇ ਉਹਨਾਂ ਨੇ ਤੁਹਾਨੂੰ ਡਿਪੋਰਟ ਕੀਤਾ ਹੈ ਦੁਬਾਰਾ ਫਿਰ ਉਹੀ ਆਰਡਰ ਡਿਪੋਰਟੇਸ਼ਨ ਦਾ ਰੀਇਨਸਟੇਟ ਹੋ ਸਕਦਾ ਅਤੇ ਇਸ ਕਰਕੇ ਤੁਹਾਨੂੰ ਪ੍ਰੋਬਲਮ ਆ ਸਕਦੀ ਆ। ਸੋ ਅਮਰੀਕਾ ਆਉਣ ਦੀ ਜੇ ਕਿਸੇ ਹੋਰ ਕੰਟਰੀ ਤੁਸੀਂ ਜਾਣਾ ਉੱਥੇ ਤੁਸੀਂ ਜਾਣ ਦੀ ਟਰਾਈ ਕਰ ਸਕਦੇ ਹੋ, ਪਰ ਅਮਰੀਕਾ ਵੀਜ਼ਾ ਲੈ ਕੇ ਤੁਹਾਨੂੰ ਨਹੀਂ ਮਿਲਣਾ ਜੇ ਤੁਹਾਡੀ ਐਂਟਰੀ ਜਿਹੜੀ ਹੈਗੀ ਆ ਉਹ ਇਹ ਰੋਕ ਦੇਣਗੇ। ਅਗਲਾ ਸਵਾਲ ਹੈ ਜੀ ਕਿ B1 B2 ਵੀਜ਼ੇ ਦੇ ਲਈ ਸੈਕਿੰਡ ਟਾਈਮ ਟਰੈਵਲ ਕੀਤਾ ਬਟ ਸੈਨ ਫਰਾਂਸਿਸਕੋ ਇਮੀਗ੍ਰੇਸ਼ਨ ਨੇ ਰਿਵੋਕ ਕਰਤਾ, ਸਾਨੂੰ ਵਾਪਸ ਭੇਜਤਾ, ਉਹਦਾ ਕੀ ਕਰ ਸਕਦੇ ਹਾਂ? ਦੇਖੋ ਇਹਦੇ ਬਾਰੇ ਆਪਾਂ ਜਿਹੜਾ ਹੈਗਾ ਉਹ ਕੁਛ ਨਹੀਂ ਮਤਲਬ ਅਜੇ ਹੋ ਸਕਦਾ ਕਿਉਂਕਿ ਰਿਵੋਕ ਕਰ ਦੇਣ, ਹੋ ਸਕਦਾ 10 ਸਾਲ ਦਾ ਬੈਨ ਲਾਇਆ ਹੋਵੇ ਉਹਨਾਂ ਨੇ ਅਤੇ ਉਨੀ ਦੇਰ ਤੁਹਾਨੂੰ ਵੇਟ ਕਰਨੀ ਪੈਣੀ ਹੈ। ਤੁਸੀਂ ਦੁਬਾਰਾ ਅਪਲਾਈ ਕਰਕੇ ਉਹ ਟਾਈਮ ਪੂਰਾ ਹੋਣ ਤੋਂ ਬਾਅਦ ਦੇਖ ਸਕਦੇ ਹੋ, ਪਰ ਕੋਈ ਪੱਕਾ ਸ਼ੋਰ ਨਹੀਂ ਕਿ ਤੁਹਾਨੂੰ ਵੀਜ਼ਾ ਮਿਲੇ। ਅਤੇ ਅਗਲਾ ਸਵਾਲ ਹੈ ਜੀ ਕਿ B1 B2 ਵੀਜ਼ੇ ਕਦੋਂ ਓਪਨ ਹੋਣਗੇ? ਉਹ ਓਪਨ ਹੋ ਗਏ ਜੀ, ਅੱਜ ਤੋਂ ਇਹ ਓਪਨ ਹੋ ਚੁੱਕੇ ਆ ਅਤੇ ਅੱਜ ਤੋਂ ਤੁਹਾਡੇ ਜਿਹੜੇ ਵੀਜ਼ੇ ਹੈਗੇ ਆ ਉਹ ਇੰਡੀਆ ਦੀ ਜਿਹੜੀਆਂ ਡੇਟਾਂ ਨੇ ਫਲਾਈਟਾਂ ਨੇ ਉਹ ਖੁੱਲ੍ਹ ਗਈਆਂ ਨੇ ਅਤੇ ਜਿਹੜੀਆਂ ਡੇਟਾ ਵਗੈਰਾ ਹੈਗੀਆਂ ਵਿਜ਼ਟਰ ਵੀਜ਼ੇ ਦੀਆਂ ਉਹ ਵੀ ਮਿਲਣੀਆਂ ਸ਼ੁਰੂ ਹੋਣਗੀਆਂ। ਸੋ ਨਵੰਬਰ 8 ਤੋਂ ਜਿਹੜੇ ਵਿਜ਼ਟਰ ਵੀਜ਼ੇ ਨੇ ਉਹ ਜਿਹੜੇ ਵਿਜ਼ਟਰ ਲੱਗੇ ਉਹ ਆ ਵੀ ਸਕਦੇ ਨੇ, ਪਲੱਸ ਨਵੇਂ ਜਿਹੜੇ ਨੇ ਉਹ ਵੀ ਸਟਾਰਟ ਹੋ ਗਏ ਨੇ। ਅਗਲਾ ਸਵਾਲ ਹੈ ਜੀ ਕਿ ਮੇਰੇ ਵਰਕ ਪਰਮਿਟ ਨਹੀਂ ਆ ਰਿਹਾ ਅਤੇ ਕਲੌਕ 'ਤੇ 800 ਤੋਂ ਵੱਧ ਦਿਨ ਹੋ ਗਏ ਨੇ। ਇਹਦੇ ਬਾਰੇ ਤਾਂ ਜਿਹੜੀ ਰਿਨਿਊਅਲ ਹੈਗੀ ਉਹਨੂੰ ਅੱਜ ਕੱਲ੍ਹ 10 ਤੋਂ 12 ਮਹੀਨੇ ਲੱਗ ਰਹੇ, ਜਿਹੜਾ ਫਸਟ ਟਾਈਮ ਉਹ ਤਕਰੀਬਨ 1.5 ਮਹੀਨੇ 'ਚ ਆ ਜਾਂਦਾ। ਸੋ ਤੁਹਾਨੂੰ ਇਨਕੁਆਇਰੀ ਕਰਨੀ ਉਹਦੇ ਬਾਰੇ ਕੁਛ ਸ਼ੋਰ ਨਹੀਂ ਜੀ, ਕਹਿ ਰਹੇ ਆ ਵੀ ਆਹ ਮਹੀਨੇ ਦੇ ਐਂਡ ਤੱਕ ਪਤਾ ਲੱਗੂਗਾ, ਉਦੋਂ ਲਾਗੂ ਹੋਊਗੀ। ਅਜੇ ਨਹੀਂ ਹੋਈ ਲਾਗੂ, ਪਰ ਹੋਣ ਜਾ ਰਹੀ ਆ। ਅਗਲਾ ਸਵਾਲ ਹੈ ਜੀ ਕਿ 8 ਨਵੰਬਰ ਤੋਂ ਬਾਅਦ ਕੀ ਵਿਜ਼ਟਰ ਆ ਸਕਦਾ ਅਮਰੀਕਾ? ਹਾਂਜੀ ਬਿਲਕੁਲ, ਅੱਜ 8 ਨਵੰਬਰ ਆ, ਅੱਜ ਇਹ ਮਤਲਬ ਖੁੱਲ੍ਹ ਗਿਆ ਅਤੇ ਇੰਟਰਨੈਸ਼ਨਲ ਟਰੈਵਲ ਜਿਹੜੀ ਹੈਗੀ ਸਟਾਰਟ ਹੋ ਗਈ, ਲੋਕ ਆ ਰਹੇ ਨੇ, ਤੁਸੀਂ ਆ ਸਕਦੇ ਹੋ। ਅਗਲਾ ਸਵਾਲ ਹੈ ਜੀ ਸਿਟੀਜ਼ਨ ਦੇ ਫਾਦਰ ਮਦਰ ਦੀ ਇੰਟਰਵਿਊ ਕਦੋਂ ਆਏਗੀ? ਡਿਲੇ ਆ ਜੀ ਕਾਫੀ, ਅੱਜ ਕੱਲ੍ਹ 1.5 ਤੋਂ 2 ਸਾਲ ਲੱਗ ਰਹੇ, ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ F4 ਕੇਸ ਜਿਹੜਾ ਹੈਗਾ ਅਪਲਾਈ ਕੀਤਾ ਸੀਗਾ ਜਨਵਰੀ 3 2006 ਨੂੰ, ਕਿੰਨਾ ਟਾਈਮ ਲੱਗੂਗਾ? ਜਨਵਰੀ ਦੇ ਪੇਪਰ ਤਾਂ ਮੰਗ ਰਹੇ ਆ ਪਰ ਅਜੇ ਟਾਈਮ ਲੱਗੂਗਾ ਇੰਟਰਵਿਊ ਆਉਣ ਵਾਸਤੇ ਅਤੇ ਅਜੇ ਕਾਫੀ ਉਹਦੇ 'ਚ ਜਿਹੜਾ ਸਲੋਅ ਆ। F3 ਕੇਸ ਅਪਲਾਈ ਕੀਤਾ ਸੀ ਅਗਸਤ 2009 ਦੇ ਵਿੱਚ, ਉਹਦੇ ਬਾਰੇ ਦੱਸੋ? ਅਜੇ 2008 ਚੱਲ ਰਿਹਾ ਜੀ, ਅਜੇ ਇਹਨੂੰ ਟਾਈਮ ਲੱਗੂਗਾ।
ਸੋ ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ, ਤੇ ਤੁਹਾਨੂੰ ਆਸ ਹੈ ਪ੍ਰੋਗਰਾਮ ਪਸੰਦ ਹੋਇਆ ਹੋਵੇਗਾ। ਹੁਣ ਅਗਲੀ ਵਾਰੀ ਆਪਾਂ ਦੁਬਾਰਾ ਮਿਲਾਂਗੇ ਇਸੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। Jaspreet Singh, attorney at law, New York and California. Immigration, deportation, defense, appeals, family law ਅਤੇ bankruptcy ਲਈ ਸੰਪਰਕ ਕਰੋ। More than 17 years of legal experience. Jaspreet Singh, attorney at law.